ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੀਵੀ ਪੰਜਾਬੀ ਕਹਾਣੀਆਂ ਤੇ। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਪੰਜਾਬੀ ਕਹਾਣੀ। ਮੇਰਾ ਨਾਮ ਰਵੀਨਾ ਹੈ ਅਤੇ ਮੈਂ 20 ਸਾਲ ਦੀ ਹਾਂ। ਮੇਰੀ ਸੱਸ ਹਰ ਰਾਤ ਮੇਰੇ ਦਾਦੇ ਸਹੁਰੇ ਦੇ ਪੈਰ ਘੁੱਟਦੀ ਅਤੇ ਜਦੋਂ ਉਹ ਪੈਰ ਘੁੱਟ ਕੇ ਆਪਣੇ ਕਮਰੇ ਤੋਂ ਬਾਹਰ ਆਉਂਦੀ ਤਾਂ ਉਹ ਬੇਹੋਸ਼ ਹੋ ਜਾਂਦੀ। ਮੈਂ ਆਪਣੀ ਸੱਸ ਨੂੰ ਪੁੱਛਿਆ ਤਾਂ ਉਹ ਕੋਈ ਜਵਾਬ ਨਾ ਦਿੰਦੀ। ਇੱਕ ਦਿਨ ਦਾਦਾ ਜੀ ਨੇ ਕਿਹਾ, ਆਪਣੀ ਸੱਸ ਨੂੰ ਮੇਰੇ ਕਮਰੇ ਵਿੱਚ ਭੇਜ ਦਿਓ। ਮੈਂ ਆਪਣੀ ਸੱਸ ਦੇ ਕੱਪੜੇ ਪਾਏ ਅਤੇ ਦੁਪੱਟੇ ਨਾਲ ਆਪਣੇ ਮੂੰਹ ਨੂੰ ਢੱਕ ਕੇ ਦਾਦਾ ਜੀ ਦੇ ਕਮਰੇ ਵਿੱਚ ਚਲੀ ਗਈ। ਮੈਂ ਅਜੇ ਕਮਰੇ ਵਿੱਚ ਗਈ ਹੀ ਸੀ ਕਿ ਮੇਰੇ ਦਾਦੇ ਸਹੁਰੇ ਨੇ ਮੈਨੂੰ ਆਪਣੀ ਨੂੰਹ ਸਮਝ ਕੇ ਅਜਿਹਾ ਕੰਮ ਕੀਤਾ ਕਿ ਮੇਰਾ ਦਿਲ ਕੰਬ ਗਿਆ, ਕਿਉਂਕਿ ਮੈਂ ਕੁਝ ਮਹੀਨਿਆਂ ਤੋਂ ਅਜਿਹਾ ਹੁੰਦੇ ਦੇਖ ਰਹੀ ਸੀ। ਪਰ ਅੱਜ ਮੇਰੇ ਸਬਰ ਦਾ ਅੰਤ ਹੋ ਗਿਆ ਸੀ। ਆਖਰ ਮੇਰੇ ਦਾਦਾ ਸਹੁਰਾ ਕਿਹੋ ਜਿਹੇ ਇਨਸਾਨ ਸਨ। ਮੇਰੇ ਦਾਦਾ ਸਹੁਰਾ ਜੋ ਇੰਨੇ ਸ਼ਰੀਫ ਦਿਸਦੇ ਸਨ, ਉਹ ਇਹੋ ਜਿਹੇ ਰਾਖਸ਼ ਕਿਵੇਂ ਹੋ ਸਕਦੇ ਸਨ। ਮੇਰੀ ਸੱਸ 2 ਘੰਟਿਆਂ ਬਾਅਦ ਦਾਦਾ ਜੀ ਦੇ ਕਮਰੇ ਤੋਂ ਬਾਹਰ ਆਈ। ਉਸ ਦਾ ਰੰਗ ਪੂਰੀ ਤਰ੍ਹਾਂ ਫਿੱਕਾ ਪੈ ਗਿਆ ਸੀ। ਉਸ ਦੀਆਂ ਅੱਖਾਂ ਰੋਣ ਨਾਲ ਲਾਲ ਹੋ ਗਈਆਂ ਸਨ। ਮੈਂ ਵਿਹੜੇ ਵਿੱਚ ਚੱਕਰ ਲਗਾ ਰਹੀ ਸੀ, ਸੱਸ ਦੇ ਬਾਹਰ ਆਉਣ ਦੀ ਉਡੀਕ ਕਰ ਰਹੀ ਸੀ। ਪਰ ਸੱਸ ਦੀ ਹਾਲਤ ਦੇਖ ਕੇ ਮੈਂ ਪਰੇਸ਼ਾਨ ਹੋ ਗਈ। ਮੈਂ ਅਜੇ ਉਹਨਾਂ ਵੱਲ ਵੱਧ ਹੀ ਰਹੀ ਸੀ ਕਿ ਮੇਰੀ ਸੱਸ ਬੇਹੋਸ਼ ਹੋ ਕੇ ਹੇਠਾਂ ਡਿੱਗ ਪਈ। ਉਹਨਾਂ ਨੂੰ ਦੇਖ ਕੇ ਮੇਰੀ ਤਾਂ ਜਾਨ ਨਿਕਲ ਗਈ। ਜਦੋਂ ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਦਾਦਾ ਜੀ ਵੀ ਮੇਰੀ ਆਵਾਜ਼ ਸੁਣ ਕੇ ਕਮਰੇ ਵਿੱਚੋਂ ਬਾਹਰ ਆ ਗਏ। 2-3 ਨੌਕਰ ਵੀ ਮੇਰੀ ਆਵਾਜ਼ ਸੁਣ ਕੇ ਉੱਥੇ ਪਹੁੰਚ ਗਏ। ਉਸ ਨੂੰ ਜਲਦੀ ਕਮਰੇ ਵਿੱਚ ਲਿਟਾਇਆ ਗਿਆ ਅਤੇ ਦਾਦਾ ਜੀ ਨੇ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਮੇਰੀ ਸੱਸ ਤੇ ਟੀਕਾ ਲਗਾਇਆ ਅਤੇ ਕਹਿਣ ਲੱਗਾ ਕਿ ਉਹ ਕਿਸੇ ਦਿਮਾਗੀ ਪਰੇਸ਼ਾਨੀ ਦਾ ਸ਼ਿਕਾਰ ਹੈ, ਜਿਸ ਕਾਰਨ ਉਹ ਡਿਪਰੈਸ਼ਨ ਦੇ ਅਟੈਕ ਕਾਰਨ ਬੇਹੋਸ਼ ਹੋ ਗਈ। ਮੈਂ ਹੈਰਾਨੀ ਨਾਲ ਆਪਣੇ ਦਾਦਾ ਜੀ ਵੱਲ ਦੇਖਿਆ ਜੋ ਮੇਰੇ ਤੋਂ ਨਜ਼ਰਾਂ ਚੁਰਾਉਣ ਲੱਗ ਪਏ ਸਨ। ਮੈਨੂੰ ਆਪਣੇ ਦਾਦਾ ਸਹੁਰੇ ਪ੍ਰਤੀ ਨਫ਼ਰਤ ਮਹਿਸੂਸ ਹੋਣ ਲੱਗੀ। 3-4 ਦਿਨਾਂ ਵਿੱਚ ਮੇਰੀ ਸੱਸ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ ਸੀ। ਮੈਂ ਮੇਰੀ ਸੱਸ ਨੂੰ ਪੁੱਛਿਆ ਕਿ ਦਾਦਾ ਜੀ ਤੁਹਾਨੂੰ ਕਮਰੇ ਵਿੱਚ ਬੁਲਾ ਕੇ ਕੀ ਕਹਿੰਦੇ ਨੇ। ਉਹਨਾਂ ਦੀ ਤਬੀਅਤ ਫਿਰ ਵਿਗੜਨ ਲੱਗੀ। ਉਹਨਾਂ ਦੇ ਮੂੰਹ ਦਾ ਰੰਗ ਉੱਡ ਗਿਆ ਅਤੇ ਉਹ ਨਾ ਵਿੱਚ ਸਿਰ ਹਿਲਾਉਣ ਲੱਗੀ ਤੇ ਕਹਿੰਦੀ ਕਿ ਉਹ ਕੁਝ ਨਹੀਂ ਕਹਿੰਦੇ। ਮੈਨੂੰ ਸੱਸ ਦੇ ਚੁੱਪ ਰਹਿਣ ਤੇ ਗੁੱਸਾ ਆਉਣ ਲੱਗਾ। ਹਰ ਵਾਰ ਦਾਦਾ ਜੀ ਦੇ ਕਮਰੇ ਤੋਂ ਬਾਹਰ ਨਿਕਲਣ ਤੇ ਉਸ ਦੀ ਹਾਲਤ ਇਹੋ ਜਿਹੀ ਹੁੰਦੀ ਸੀ। ਮੇਰੇ ਦਾਦਾ ਸਹੁਰਾ ਵੀ ਅਜੀਬ ਸਨ। ਉਹ ਮੇਰੀ ਸੱਸ ਲਈ ਚਿੰਤਾ ਪ੍ਰਗਟ ਕਰਦਾ ਸੀ ਅਤੇ ਮੇਰੀ ਸੱਸ ਅਜੇ ਬਿਮਾਰੀ ਤੋਂ ਉੱਠੀ ਹੀ ਸੀ ਕਿ ਉਸਨੇ ਦੁਬਾਰਾ ਉਸਨੂੰ ਆਪਣੇ ਕਮਰੇ ਵਿੱਚ ਬੁਲਾਉਣ ਲਈ ਕਿਹਾ। ਪਰ ਇਸ ਵਾਰ ਮੈਂ ਆਪਣੀ ਸੱਸ ਨੂੰ ਦਵਾਈ ਦੇ ਕੇ ਸੌਣ ਲਈ ਪਾ ਦਿੱਤਾ ਅਤੇ ਆਪਣੀ ਸੱਸ ਦੇ ਕੱਪੜੇ ਪਾ ਕੇ ਦਾਦੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ ਅਤੇ ਚਾਦਰ ਨਾਲ ਮੂੰਹ ਛੁਪਾ ਲਿਆ। ਮੈਂ ਜਾਣਨਾ ਚਾਹੁੰਦੀ ਸੀ ਕਿ ਦਾਦਾ ਸਹੁਰਾ ਮੇਰੀ ਸੱਸ ਨਾਲ ਕੀ ਕਰਦਾ ਹੈ, ਪਰ ਦਾਦਾ ਜੀ ਨੇ ਮੈਨੂੰ ਸੱਸ ਸਮਝ ਕੇ ਜੋ ਵੀ ਕੀਤਾ, ਮੈਂ ਗੁੱਸੇ ਵਿੱਚ ਆ ਗਈ। ਮੇਰੇ ਦਾਦਾ ਜੀ ਪਿੰਡ ਦੇ ਮੁਖੀ ਸਨ। ਸਾਰੇ ਪਿੰਡ ਦੇ ਲੋਕ ਉਹਨਾਂ ਦੀ ਇੱਜ਼ਤ ਕਰਦੇ ਸਨ। ਪਿੰਡ ਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਸਨ ਅਤੇ ਉਹਨਾਂ ਨੂੰ ਮੁਖੀਆ ਜੀ ਕਹਿ ਕੇ ਬੁਲਾਉਂਦੇ ਸਨ, ਕਿਉਂਕਿ ਉਹ ਇਨਸਾਫ ਕਰਦੇ ਸੀ। ਪਿੰਡ ਦੇ ਲੋਕ ਉਹਨਾਂ ਤੋਂ ਬਹੁਤ ਖੁਸ਼ ਸੀ। ਮੈਂ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਸੀ। ਮੇਰਾ ਸਹੁਰਾ ਮੇਰੇ ਦਾਦਾ ਜੀ ਦਾ ਇਕਲੌਤਾ ਪੁੱਤਰ ਸੀ। ਮੈਂ ਉਹਨਾਂ ਦੀ ਇਕਲੌਤੀ ਨੂੰਹ ਸੀ। ਹਰ ਕੋਈ ਮੈਨੂੰ ਬਹੁਤ ਪਿਆਰ ਕਰਦਾ ਸੀ। ਪਰ ਮੇਰੇ ਸਹੁਰੇ ਦੀ ਮੌਤ ਦੇ ਕਾਰਨ ਸਭ ਤੇ ਦੁੱਖ ਦਾ ਪਹਾੜ ਟੁੱਟ ਗਿਆ ਸੀ। ਸਹੁਰੇ ਦਾ ਦੁੱਖ ਅਜੇ ਘਟਿਆ ਵੀ ਨਹੀਂ ਸੀ ਕਿ ਦਾਦੀ ਸੱਸ ਵੀ ਆਪਣੇ ਪੁੱਤਰ ਦੇ ਦੁੱਖ ਵਿੱਚ ਸੰਸਾਰ ਨੂੰ ਛੱਡ ਚਲੀ ਗਈ। ਦਾਦੀ ਤੋਂ ਬਾਅਦ ਹੁਣ ਦਾਦਾ ਸਹੁਰਾ ਇਕੱਲੇ ਰਹਿ ਗਏ ਸਨ। ਮੇਰੀ ਸੱਸ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਸੀ। ਕਦੇ ਮੈਂ ਆਪਣੀ ਸੱਸ ਤੇ ਕਦੇ ਦਾਦੇ ਸਹੁਰੇ ਦਾ ਖਿਆਲ ਰੱਖਦੀ ਸੀ। ਕੁਝ ਸਮੇਂ ਬਾਅਦ ਮੇਰੀ ਸੱਸ ਵੀ ਕੰਮ ਵਿੱਚ ਰੁੱਝ ਗਈ ਸੀ। ਮੇਰਾ ਦਾਦਾ ਸਹੁਰਾ ਮੈਨੂੰ ਹੋਰ ਵੀ ਪਿਆਰ ਕਰਨ ਲੱਗਾ। ਸਹੁਰੇ ਤੋਂ ਬਾਅਦ ਸਾਰੀਆਂ ਜ਼ਿੰਮੇਵਾਰੀਆਂ ਇੱਕ ਵਾਰ ਫਿਰ ਦਾਦੇ ਸਹੁਰੇ ਦੇ ਮੋਢਿਆਂ ਤੇ ਆ ਗਈਆਂ। ਜਦੋਂ ਵੀ ਉਹ ਪਿੰਡੋਂ ਮੁੜਦਾ 2 ਘੰਟੇ ਉਹ ਮੇਰੇ ਕੋਲ ਬੈਠ ਕੇ ਮੈਨੂੰ ਮੇਰੇ ਸਹੁਰੇ ਦੀਆਂ ਗੱਲਾਂ ਸੁਣਾਉਂਦਾ ਤੇ ਹੰਝੂ ਵਹਾਉਂਦਾ ਰਹਿੰਦਾ। ਉਹ ਮੇਰੇ ਸਹੁਰੇ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਓਨੀ ਹੀ ਨਫ਼ਰਤ ਮੇਰੀ ਸੱਸ ਨੂੰ ਕਰਦਾ ਸੀ। ਮੈਂ ਸ਼ੁਰੂ ਤੋਂ ਹੀ ਆਪਣੇ ਦਾਦਾ ਜੀ ਨੂੰ ਆਪਣੀ ਸੱਸ ਨਾਲ ਗੱਲ ਕਰਦੇ ਨਹੀਂ ਦੇਖਿਆ ਸੀ। ਕਾਰਨ ਇਹ ਸੀ ਕਿ ਉਹ ਸਾਡੀ ਬਰਾਦਰੀ ਦੀ ਨਹੀਂ ਸੀ, ਪਰ ਉਹ ਮੇਰੇ ਸਹੁਰੇ ਨੂੰ ਪਸੰਦ ਸੀ ਅਤੇ ਦਾਦਾ ਜੀ ਆਪਣੇ ਦੋਸਤ ਦੀ ਲੜਕੀ ਨੂੰ ਲਿਆਉਣਾ ਚਾਹੁੰਦੇ ਸਨ, ਪਰ ਸਹੁਰੇ ਅੱਗੇ ਸਿਰ ਝੁਕਾਉਣਾ ਪਿਆ। ਦਾਦਾ ਜੀ ਮੇਰੀ ਸੱਸ ਨੂੰ ਚੰਗਾ ਨਹੀਂ ਸਮਝਦੇ ਸੀ, ਇਸ ਕਰਕੇ ਤਾਂ ਉਹ ਉਸ ਨਾਲ ਗੱਲ ਵੀ ਨਹੀਂ ਕਰਦੇ ਸਨ।
ਉਹਨਾਂ ਨੂੰ ਦੇਖਦੇ ਵੀ ਨਹੀਂ ਸੀ। ਇੰਨਾ ਟਾਈਮ ਹੋਣ ਦੇ ਬਾਵਜੂਦ ਅਤੇ ਇਸ ਘਟਨਾ ਤੋਂ ਬਾਅਦ ਵੀ ਮੇਰੇ ਦਾਦੇ ਸਹੁਰੇ ਦਾ ਦਿਲ ਮੇਰੀ ਸੱਸ ਲਈ ਸਾਫ਼ ਨਹੀਂ ਹੋਇਆ। ਜਦੋਂ ਵੀ ਉਹਨਾਂ ਦੀ ਨਿਗਾਹ ਮੇਰੀ ਸੱਸ ਤੇ ਪੈਂਦੀ ਤਾਂ ਉਹ ਮੂੰਹ ਬਣਾ ਲੈਂਦੇ। ਪਰ ਹੁਣ ਕੁਝ ਮਹੀਨਿਆਂ ਤੋਂ ਦਾਦਾ ਜੀ ਬਹੁਤ ਬਿਮਾਰ ਰਹਿਣ ਲੱਗ ਪਏ ਸਨ। ਸਮੇਂ ਸਿਰ ਦਵਾਈਆਂ ਵੀ ਨਹੀਂ ਲੈਂਦੇ ਸੀ। ਮੇਰੀ ਸੱਸ ਹਿੰਮਤ ਜੁਟਾ ਕੇ ਉਹਨਾਂ ਦੀ ਝਿੜਕ ਸੁਣ ਕੇ ਉਹਨਾਂ ਨੂੰ ਖੁਦ ਦਵਾਈ ਖਵਾਉਂਦੀ ਸੀ। ਪਹਿਲਾਂ ਉਹ ਮੇਰੀ ਸੱਸ ਨੂੰ ਘੂਰਦੇ ਰਹਿੰਦੇ ਸੀ। ਉਹ ਦਵਾਈ ਲੈਣ ਤੋਂ ਵੀ ਇਨਕਾਰ ਕਰਦੇ। ਪਰ ਹੌਲੀ-ਹੌਲੀ ਉਹਨਾਂ ਦਾ ਵਤੀਰਾ ਮੇਰੀ ਸੱਸ ਨਾਲ ਵਧਣ ਲੱਗਾ। ਸ਼ਾਇਦ ਉਹਨਾਂ ਦੇ ਦਿਲ ਵਿੱਚ ਮੇਰੀ ਸੱਸ ਲਈ ਹਮਦਰਦੀ ਪੈਦਾ ਹੋਣ ਲੱਗੀ। ਹੁਣ ਤਾਂ ਰਾਤ ਨੂੰ ਵੀ ਹਰ ਕੰਮ ਲਈ ਮੇਰੀ ਸੱਸ ਨੂੰ ਹੀ ਕਹਿੰਦੇ, ਆ ਮੈਨੂੰ ਆ ਕੇ ਦਵਾਈ ਦਿਓ ਤੇ ਚਾਹ ਬਣਾ ਦਿਓ। ਮੇਰੀ ਸੱਸ ਉਹਨਾਂ ਦੇ ਕਮਰੇ ਵਿੱਚ ਚਲੀ ਜਾਂਦੀ। ਪਹਿਲਾਂ ਉਹ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਕਮਰੇ ਵਿੱਚੋਂ ਵਾਪਸ ਆ ਜਾਂਦੀ ਸੀ। ਪਰ ਜਦੋਂ ਉਹ ਕਮਰੇ ਤੋਂ ਬਾਹਰ ਆਉਂਦੀ ਸੀ ਤਾਂ ਉਹ ਥੋੜਾ ਘਬਰਾਈ ਹੋਈ ਹੁੰਦੀ ਸੀ। ਉਹ ਕਿਸੇ ਡੂੰਘੀ ਸੋਚ ਵਿੱਚ ਡੁੱਬੀ ਰਹਿੰਦੀ ਸੀ ਅਤੇ ਜਦੋਂ ਮੈਂ ਉਸ ਨੂੰ ਕਾਰਨ ਪੁੱਛਦੀ ਤਾਂ ਉਹ ਚੌਂਕ ਜਾਂਦੀ। ਉਹ ਨਮ ਅੱਖਾਂ ਨਾਲ ਮੇਰੇ ਵੱਲ ਦੇਖਦੀ ਅਤੇ ਸਿਰ ਹਿਲਾਉਂਦੇ ਹੋਏ ਕਹਿੰਦੀ ਕਿ ਕੁਝ ਨਹੀਂ ਹੋਇਆ, ਤੁਸੀਂ ਸੌਂ ਜਾਓ। ਇਹ ਦੇਖ ਕੇ ਮੈਨੂੰ ਬਹੁਤ ਅਜੀਬ ਲੱਗਦਾ। ਆਖਰ ਦਾਦਾ ਸਹੁਰਾ ਉਸ ਨੂੰ ਕੀ ਕਹਿੰਦੇ ਸਨ। ਬਾਹਰ ਨਿਕਲਦਿਆਂ ਹੀ ਉਹ ਉਦਾਸ ਹੋ ਜਾਂਦੀ ਸੀ। ਮੇਰੇ ਸਹੁਰੇ ਦੀ ਮੌਤ ਤੋਂ ਬਾਅਦ ਮੈਂ ਆਪਣੀ ਸੱਸ ਨੂੰ ਮੁਸਕਰਾਉਂਦੇ ਨਹੀਂ ਦੇਖਿਆ। ਉਹ ਉਦਾਸ ਰਹਿੰਦੀ ਪਰ ਹਰ ਸਮੇਂ ਦੁੱਖ ਵਿੱਚ ਡੁੱਬੀ ਰਹਿੰਦੀ। ਪਹਿਲਾਂ ਦਾਦਾ ਸਹੁਰਾ ਮੇਰੀ ਸੱਸ ਕੋਲੋਂ ਸਿਰਫ ਦਵਾਈਆਂ ਹੀ ਮੰਗਦੇ ਸਨ, ਪਰ ਹੁਣ ਉਹ ਆਪਣੇ ਸਾਰੇ ਕੰਮ ਮੇਰੀ ਸੱਸ ਤੋਂ ਕਰਵਾਉਣ ਲੱਗ ਪਏ, ਜਦੋਂ ਕਿ ਘਰ ਵਿੱਚ ਨੌਕਰਾਂ ਦੀ ਕੋਈ ਕਮੀ ਨਹੀਂ ਸੀ। ਗੱਲ ਇੰਨੀ ਹੀ ਹੁੰਦੀ ਤਾਂ ਮੈਨੂੰ ਵੀ ਬੁਰਾ ਨਹੀਂ ਲੱਗਦਾ, ਪਰ ਕੁਝ ਦਿਨਾਂ ਤੋਂ ਮੈਨੂੰ ਅਜੀਬ ਜਿਹਾ ਲੱਗਾ। ਰਾਤ ਨੂੰ ਜਦੋਂ ਦਾਦਾ ਸਹੁਰਾ ਮੇਰੀ ਸੱਸ ਤੋਂ ਦੁੱਧ ਮੰਗਦੇ ਅਤੇ ਉਹ ਦੁੱਧ ਲੈ ਕੇ ਕਮਰੇ ਵਿੱਚ ਚਲੀ ਜਾਂਦੀ ਤੇ 2 ਘੰਟੇ ਬਾਅਦ ਵਾਪਸ ਆਉਂਦੀ, ਇਹ ਰੋਜ਼ਾਨਾ ਦੀ ਗੱਲ ਸੀ। ਮੇਰੀ ਸੱਸ ਦਾਦਾ ਜੀ ਦੇ ਕਮਰੇ ਵਿੱਚ ਘੰਟਿਆਂ ਬੱਧੀ ਬਿਤਾਉਂਦੀ ਸੀ। ਜਦੋਂ ਤੋਂ ਮੇਰੇ ਸਹੁਰੇ ਦੀ ਮੌਤ ਹੋਈ ਹੈ, ਉਦੋਂ ਤੋਂ ਹੀ ਮੇਰੀ ਸੱਸ ਮੇਰੇ ਨਾਲ ਹੀ ਸੌਂਦੀ ਸੀ, ਪਰ ਉਸ ਤੋਂ ਬਾਅਦ ਉਹ ਵਿਹੜੇ ਵਿੱਚ ਸੌਣ ਲੱਗੀ। ਜਦੋਂ ਤੱਕ ਉਹ ਵਿਹੜੇ ਵਿੱਚ ਨਾ ਆਉਂਦੀ ਤਾਂ ਮੈਨੂੰ ਉਹਨਾਂ ਟਾਈਮ ਨੀਂਦ ਨਾ ਆਉਂਦੀ। ਮੈਂ ਇਹ ਸੋਚਦੀ ਰਹਿੰਦੀ ਸੀ ਕਿ 1 ਕੱਪ ਦੁੱਧ ਦੇਣ ਵਿੱਚ ਇੰਨਾ ਸਮਾਂ ਲੱਗਦਾ ਹੈ, ਇਹ ਤਾਂ 2 ਮਿੰਟਾਂ ਦਾ ਕੰਮ ਹੈ। ਪਰ ਮੇਰੀ ਸੱਸ 2-3 ਘੰਟੇ ਦਾਦਾ ਜੀ ਦੇ ਕਮਰੇ ਵਿੱਚ ਕੀ ਕਰਦੀ ਸੀ। ਅਤੇ ਮੇਰੇ ਲਈ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਮੇਰੇ ਦਾਦਾ ਸਹੁਰਾ ਦਾ ਰਵੱਈਆ ਮੇਰੀ ਸੱਸ ਪ੍ਰਤੀ ਬਦਲਣਾ ਸ਼ੁਰੂ ਹੋ ਗਿਆ ਸੀ। ਉਹ ਹੁਣ ਉਸ ਨੂੰ ਬਹੁਤ ਅਹਿਮੀਅਤ ਦੇਣ ਲੱਗ ਪਏ ਸਨ, ਪਰ ਮੇਰੀ ਸੱਸ ਉਹਨਾਂ ਦੇ ਸਾਹਮਣੇ ਹਮੇਸ਼ਾ ਡਰੀ ਰਹਿੰਦੀ ਸੀ। ਮੈਂ ਹੈਰਾਨ ਰਹਿ ਗਈ ਜਦੋਂ ਉਹਨਾਂ ਨੇ ਕਿਹਾ ਕਿ ਤੇਰੀ ਸੱਸ ਪਿੰਡ ਦੀਆਂ ਔਰਤਾਂ ਦੀ ਮੁਖੀਆ ਹੈ, ਔਰਤਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਮੁੱਦਿਆਂ ਨੂੰ ਇਹ ਹੀ ਦੇਖਿਆ ਕਰੇਗੀ। ਮੈਂ ਸੋਚਿਆ ਇਹ ਸੁਣ ਕੇ ਮੇਰੀ ਸੱਸ ਖੁਸ਼ ਹੋ ਜਾਵੇਗੀ। ਪਰਮਾਤਮਾ ਨੇ ਉਹਨਾਂ ਨੂੰ ਉਹਨਾਂ ਦੇ ਹੱਕ ਵਾਪਸ ਦੇ ਦਿੱਤੇ, ਪਰ ਫਿਰ ਵੀ ਉਹ ਖੁਸ਼ ਨਹੀਂ ਸੀ। ਪਤਾ ਨਹੀਂ ਉਹ ਕੀ ਸੋਚਦੀ ਸੀ। ਮੈਂ ਇਸ ਬਾਰੇ ਬਹੁਤ ਖੁਸ਼ ਸੀ ਕਿਉਂਕਿ ਮੇਰੀ ਸੱਸ ਨੂੰ ਇਸ ਘਰ ਵਿੱਚ ਥਾਂ ਮਿਲੀ ਸੀ। ਪਰ ਇਸ ਤੋਂ ਬਾਅਦ ਵੀ ਮੇਰੀ ਸੱਸ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਵੀ ਨਹੀਂ ਸੀ। ਹੁਣ ਉਸ ਦੀ ਹਾਲਤ ਅਜਿਹੀ ਹੋ ਗਈ ਸੀ ਕਿ ਜਦੋਂ ਵੀ ਦਾਦਾ ਸਹੁਰਾ ਉਸ ਨੂੰ ਕੋਈ ਕੰਮ ਪੁੱਛਦੇ ਤਾਂ ਉਹ ਘਬਰਾ ਜਾਂਦੀ ਸੀ ਅਤੇ ਜਦੋਂ ਉਹ ਕਮਰੇ ਤੋਂ ਵਾਪਸ ਆਉਂਦੀ ਤਾਂ ਉਹਦੇ ਮੂੰਹ ਦਾ ਰੰਗ ਉੱਡਿਆ ਹੋਇਆ ਹੁੰਦਾ ਅਤੇ ਜਦੋਂ ਮੈਂ ਕਾਰਨ ਪੁੱਛਦੀ ਤਾਂ ਉਹ ਆਖਦੀ, ਕੁਝ ਨਹੀਂ, ਤੂੰ ਮੇਰੀ ਉਡੀਕ ਵਿੱਚ ਕਿਉਂ ਜਾਗਦੀ ਆਂ, ਸੋ ਜਾਇਆ ਕਰ। ਮੈਂ ਕਿਹਾ, ਜਦੋਂ ਤੱਕ ਤੁਸੀਂ ਆਪਣੇ ਬਿਸਤਰੇ ਤੇ ਲੇਟ ਨਹੀਂ ਜਾਂਦੀ ਮੈਂ ਸ਼ਾਂਤੀ ਨਾਲ ਨਹੀਂ ਸੌਂ ਸਕਦੀ। ਪਤਾ ਨਹੀਂ ਕਿਉਂ ਮੇਰੀ ਇਸ ਗੱਲ ਨੂੰ ਸੁਣ ਕੇ ਉਹ ਮੈਨੂੰ ਬੜੇ ਗੌਰ ਨਾਲ ਦੇਖਦੀ ਸੀ ਅਤੇ ਬੜੇ ਪਿਆਰ ਨਾਲ ਸਿਰ ਤੇ ਹੱਥ ਫੇਰਦੀ। ਇੱਕ ਵਾਰ ਕਿਸੇ ਦੀਆਂ ਚੀਕਾਂ ਸੁਣ ਕੇ ਮੇਰੀ ਅੱਖ ਖੁੱਲ ਗਈ। ਮੈਂ ਆਪਣੀ ਸੱਸ ਨੂੰ ਰੋਂਦੇ ਦੇਖਿਆ। ਹੁਣ ਮੈਂ ਉਸ ਦੇ ਰੋਣ ਤੇ ਹੈਰਾਨ ਸੀ ਕਿਉਂਕਿ ਹੁਣ ਸਭ ਕੁਝ ਠੀਕ ਸੀ। ਦਾਦਾ ਜੀ ਵੀ ਉਸ ਦੀ ਇੱਜ਼ਤ ਕਰਦੇ ਸਨ। ਅਸੀਂ ਇਸ ਘਰ ਵਿੱਚ ਬਹੁਤ ਖੁਸ਼ ਸੀ। ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਇਸੇ ਵੇਲੇ ਦਾਦਾ ਜੀ ਦੇ ਦੋਗਲੇ ਵਿਹਾਰ ਕਾਰਨ ਮੈਂ ਚਿੰਤਤ ਸੀ। ਇੱਕ ਵਾਰ ਮੈਂ ਦਾਦਾ ਜੀ ਦੇ ਭਰਾ ਦਾ ਮੁੰਡਾ ਸਾਡੇ ਘਰ ਆਇਆ। ਉਹ ਕਿਸੇ ਹੋਰ ਦੇਸ਼ ਤੋਂ ਆਇਆ ਸੀ। ਮੇਰੇ ਸਹੁਰੇ ਦੀ ਖਬਰ ਸੁਣ ਕੇ ਉਹ ਉਸ ਨੂੰ ਮਿਲਣ ਆਇਆ। ਮੇਰੀ ਸੱਸ ਇੱਕ ਬਹੁਤ ਹੀ ਚੁਸਤ ਅਤੇ ਜਵਾਨ ਔਰਤ ਸੀ। ਜੇ ਕੋਈ ਉਸ ਨੂੰ ਮੇਰੇ ਨਾਲ ਦੇਖਦਾ ਤਾਂ ਉਸ ਨੂੰ ਮੇਰੀ ਵੱਡੀ ਭੈਣ ਆਖਦਾ ਸੀ।
ਸਹੁਰੇ ਦਾ ਚਚੇਰਾ ਭਰਾ ਰੋਹਿਤ 3 ਦਿਨ ਸਾਡੇ ਕੋਲ ਹੀ ਰਿਹਾ। ਮੈਨੂੰ ਬਹੁਤ ਪਿਆਰ ਕੀਤਾ ਅਤੇ ਕਹਿਣ ਲੱਗੇ ਕਿ ਤੇਰਾ ਸਹੁਰਾ ਮੇਰਾ ਬਹੁਤ ਚੰਗਾ ਦੋਸਤ ਹੈ, ਤੂੰ ਮੇਰੀ ਧੀਆਂ ਵਰਗੀ ਹੈ। ਮੈਨੂੰ ਉਹ ਬਹੁਤ ਪਸੰਦ ਸੀ। ਪਰ ਖਾਣਾ ਖਾਂਦੇ ਸਮੇਂ ਉਹ ਬਾਰ-ਬਾਰ ਮੇਰੀ ਸੱਸ ਵੱਲ ਦੇਖ ਰਿਹਾ ਸੀ ਅਤੇ ਲਗਾਤਾਰ ਮੇਰੀ ਸੱਸ ਨਜ਼ਰਾਂ ਚੁਰਾ ਰਹੀ ਸੀ। ਪਰ ਦਾਦਾ ਜੀ ਆਪਣੇ ਭਤੀਜੇ ਦੇ ਆਉਣ ਦੀ ਖੁਸ਼ੀ ਵਿੱਚ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਹਨਾਂ 3 ਦਿਨਾਂ ਵਿੱਚ ਦਾਦਾ ਜੀ ਨੇ ਸੱਸ ਨੂੰ ਕਮਰੇ ਵਿੱਚ ਵੀ ਨਹੀਂ ਬੁਲਾਇਆ। ਇੱਕ ਵਾਰ ਜਦੋਂ ਮੈਂ ਉਸ ਚਾਚੇ ਨੂੰ ਆਪਣੀ ਸੱਸ ਨਾਲ ਗੱਲ ਕਰਦਿਆਂ ਸੁਣਿਆ ਤਾਂ ਮੈਂ ਹੈਰਾਨ ਰਹਿ ਗਈ। ਇੱਕ ਦਿਨ ਜਦੋਂ ਮੈਂ ਸੌਂ ਕੇ ਉੱਠੀ ਤਾਂ ਦੇਖਿਆ ਕਿ ਮੇਰੀ ਸੱਸ ਕਮਰੇ ਵਿੱਚ ਨਹੀਂ ਸੀ। ਉਹ ਅਕਸਰ ਕਬੂਤਰਾਂ ਨੂੰ ਦਾਣਾ ਪਾਉਣ ਜਾਂਦੀ ਸੀ। ਮੇਰੇ ਦਾਦਾ ਜੀ ਅਮਰੀਕੀ ਕਬੂਤਰ ਨੂੰ ਇੱਕ ਵੱਡੇ ਪਿੰਜਰੇ ਵਿੱਚ ਰੱਖਦੇ ਸਨ, ਜਿਨ੍ਹਾਂ ਦੀ ਦੇਖਭਾਲ ਮੇਰੀ ਸੱਸ ਹੀ ਕਰਦੀ ਸੀ। ਮੈਂ ਉੱਠ ਕੇ ਬਾਹਰ ਆ ਗਈ, ਪਰ ਅੰਕਲ ਜੀ ਵੀ ਸੱਸ ਦੇ ਨਾਲ ਹੀ ਪਿੰਜਰੇ ਕੋਲ ਖੜੇ ਸਨ ਤੇ ਕਹਿਣ ਲੱਗੇ, ਮੈਂ ਅਜੇ ਤੱਕ ਵਿਆਹ ਨਹੀਂ ਕਰਵਾਇਆ ਹੈ ਕਿਉਂਕਿ ਮੈਂ ਤੁਹਾਨੂੰ ਸੱਚਾ ਪਿਆਰ ਕਰਦਾ ਸੀ, ਪਰ ਤੇਰੇ ਪਤੀ ਦਾ ਤੇਰੇ ਪ੍ਰਤੀ ਪਿਆਰ ਦੇਖ ਕੇ ਮੈਂ ਪਿੱਛੇ ਹਟ ਗਿਆ। ਕਦੇ ਵੀ ਤੁਹਾਡੇ ਦੋਵਾਂ ਦੇ ਵਿਚਕਾਰ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਕਿ ਤੁਹਾਡੀ ਜ਼ਿੰਦਗੀ ਵਧੀਆ ਚੱਲੇ। ਮੇਰੇ ਕਰਕੇ ਤੇਰੀ ਜ਼ਿੰਦਗੀ 'ਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਮੈਂ ਯੂਰਪ ਚਲਾ ਗਿਆ। ਪਰ ਜਦੋਂ ਮੈਂ ਅਮਿਤ ਦੀ ਮੌਤ ਬਾਰੇ ਸੁਣਿਆ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਿਆ। ਮੇਰੇ ਚਚੇਰੇ ਭਰਾ ਹੋਣ ਦੇ ਨਾਲ-ਨਾਲ ਉਹ ਮੇਰਾ ਸਭ ਤੋਂ ਚੰਗਾ ਦੋਸਤ ਵੀ ਸੀ। ਉੱਥੇ ਮੈਂ ਕੁਝ ਮਹੀਨੇ ਬਿਮਾਰ ਰਿਹਾ ਕਿਉਂਕਿ ਮੈਂ ਅਮਿਤ ਦਾ ਸਦਮਾ ਬਰਦਾਸ਼ਤ ਨਾ ਕਰ ਸਕਿਆ। ਫਿਰ ਮੈਂ ਤੇਰੇ ਬਾਰੇ ਸੋਚਣ ਲੱਗ ਪਿਆ ਤੇ ਹੁਣ ਵੀ ਤੇਰੇ ਲਈ ਹੀ ਵਾਪਸ ਆਇਆ ਹਾਂ। ਜੇ ਤੁਸੀਂ ਇਜਾਜ਼ਤ ਦਿੰਦੇ ਹੋ ਮੈਂ ਤੁਹਾਡੇ ਦਾਦਾ ਜੀ ਨਾਲ ਗੱਲ ਕਰਾਂਗਾ। ਇਹ ਸਭ ਕੁਝ ਸੁਣਨਾ ਮੇਰੇ ਲਈ ਬਹੁਤ ਅਜੀਬ ਸੀ, ਜੋ ਮੈਂ ਕਦੇ ਨਹੀਂ ਸੁਣਿਆ ਸੀ। ਸਹੁਰੇ ਦਾ ਉਹ ਬਿਆਨ ਮੈਂ ਪਹਿਲੀ ਵਾਰ ਦੇਖ ਰਹੀ ਸੀ। ਮੈਂ ਉਸ ਬਾਰੇ ਆਪਣੇ ਸਹੁਰੇ ਤੋਂ ਹੀ ਸੁਣਿਆ ਸੀ। ਮੇਰੀ ਸੱਸ ਨੇ ਘਬਰਾ ਕੇ ਕਿਹਾ ਕਿ ਰੱਬ ਦਾ ਵਾਸਤਾ ਅਜਿਹਾ ਕੁਝ ਨਾ ਕਰੋ। ਉਹ ਪਹਿਲਾਂ ਹੀ ਮੇਰੇ ਤੇ ਸ਼ੱਕ ਕਰਦੇ ਰਹੇ ਹਨ ਕਿ ਮੈਂ ਸ਼ਹਿਰ ਦੀ ਕੁੜੀ ਹਾਂ, ਮੈਂ ਪਿੰਡ ਵਿੱਚ ਉਸਦੇ ਪੁੱਤਰ ਨਾਲ ਨਹੀਂ ਰਹਿ ਸਕਦੀ। ਪਰ ਮੈਂ ਚੁੱਪਚਾਪ ਅਮਿਤ ਦੇ ਪਿਆਰ ਸਹਾਰੇ ਸਾਰੀ ਉਮਰ ਪਿੰਡ ਵਿੱਚ ਗੁਜ਼ਾਰ ਦਿੱਤੀ, ਕਦੇ ਵੀ ਮੁੜ ਕੇ ਸ਼ਹਿਰ ਦੀ ਸ਼ਕਲ ਨਹੀਂ ਦੇਖੀ। ਮੇਰਾ ਪੁੱਤਰ ਹੁਣ ਜਵਾਨ ਹੋ ਗਿਆ ਹੈ, ਉਹ ਵੀ ਵਿਆਹਿਆ ਗਿਆ, ਸਮਾਂ ਲੰਘ ਗਿਆ ਹੈ। ਰੋਹਿਤ, ਇਹ ਯੂਨੀਵਰਸਿਟੀ ਦਾ ਸਮਾਂ ਨਹੀਂ ਸੀ ਕਿ ਮੈਂ ਆਪਣੇ ਫੈਸਲੇ ਬਦਲ ਲਵਾਂ। ਤੂੰ ਦੋਸਤੀ ਦੀ ਖਾਤਰ ਆਪਣੇ ਪਿਆਰ ਦੀ ਕੁਰਬਾਨੀ ਮੰਗੀ ਸੀ, ਮੈਂ ਬਿਨਾਂ ਸਵਾਲ ਕੀਤੇ ਅਮਿਤ ਨੂੰ ਸਵੀਕਾਰ ਕਰ ਲਿਆ। ਹੁਣ ਮੈਂ ਤੁਹਾਨੂੰ ਉਸੇ ਪਿਆਰ ਦਾ ਵਾਸਤਾ ਦੇ ਰਹੀ ਹਾਂ। ਮੈਨੂੰ ਅਮਿਤ ਦੀ ਵਿਧਵਾ ਰਹਿਣ ਦਿਓ ਅਤੇ ਤੁਸੀਂ ਇੱਥੋਂ ਵਾਪਸ ਚਲੇ ਜਾਓ ਅਤੇ ਫਿਰ ਕਦੇ ਵਾਪਸ ਨਾ ਆਇਓ। ਇਹ ਕਹਿ ਕੇ ਮੇਰੀ ਸੱਸ ਉੱਥੋਂ ਚਲੀ ਗਈ। ਮੈਂ ਇਹ ਸਭ ਕੁਝ ਲੁਕ ਛਿਪ ਕੇ ਦੇਖ ਰਹੀ ਸੀ। ਅੰਕਲ ਜੀ ਵੀ ਵਾਪਸ ਚਲੇ ਗਏ। ਮੈਨੂੰ ਪਤਾ ਤਾਂ ਕੁਝ ਨਹੀਂ ਸੀ, ਪਰ ਗੱਲਾਂ ਸੁਣ ਕੇ ਮੈਂ ਸਮਝਦੀ ਸੀ ਕਿ ਰੋਹਿਤ ਅੰਕਲ ਮੇਰੇ ਸਹੁਰੇ ਅਤੇ ਮੇਰੀ ਸੱਸ ਨਾਲ ਇੱਕੋ ਕਾਲਜ ਵਿੱਚ ਪੜ੍ਹਦੇ ਸਨ ਅਤੇ ਮੇਰੇ ਸਹੁਰੇ ਵਾਂਗ ਸ਼ਾਇਦ ਰੋਹਿਤ ਅੰਕਲ ਵੀ ਮੇਰੀ ਸੱਸ ਦੇ ਪਿਆਰ ਵਿੱਚ ਸਨ। ਪਰ ਮੇਰੀ ਸੱਸ ਕਿਸੇ ਨੂੰ ਪਸੰਦ ਕਰਦੀ ਸੀ ਅਤੇ ਉਸ ਨੇ ਕਿਹੜੀ ਕੁਰਬਾਨੀ ਦਿੱਤੀ, ਇਹ ਮੇਰੇ ਲਈ ਇੱਕ ਬੁਝਾਰਤ ਸੀ। ਮੇਰੇ ਦਾਦਾ ਸਹੁਰਾ ਜੀ ਮੇਰੀ ਸੱਸ ਨੂੰ ਬਹੁਤ ਮਹੱਤਵ ਦਿੰਦੇ ਸਨ, ਪਰ ਉਹ ਫਿਰ ਕਿਉਂ ਰੋਂਦੀ ਰਹਿੰਦੀ ਸੀ। ਮੇਰੀ ਸੱਸ ਨੂੰ ਮੇਰੇ ਸਹੁਰੇ ਨਾਲ ਬਹੁਤ ਪਿਆਰ ਸੀ, ਪਰ ਫਿਰ ਮੈਂ ਕੁਝ ਅਜਿਹਾ ਦੇਖਿਆ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਸੱਸ ਮੇਰੇ ਦਾਦੇ ਸਹੁਰੇ ਨੂੰ ਚਾਹ ਦੇਣ ਗਈ। ਸਵੇਰੇ ਤੋਂ ਮੇਰੇ ਸਿਰ ਦਰਦ ਹੋ ਰਿਹਾ ਸੀ। ਮੈਂ ਸੋਚਿਆ ਮੈਂ ਵੀ ਦਾਦੇ ਸਹੁਰੇ ਤੋਂ ਸਿਰ ਦਰਦ ਦੀ ਦਵਾਈ ਲੈ ਕੇ ਆਉਣੀ ਹਾਂ, ਕਿਉਂਕਿ ਉਹਨਾਂ ਕੋਲ ਸਾਰੀਆਂ ਦਵਾਈਆਂ ਹੁੰਦੀਆਂ ਹਨ। ਪਰ ਜਿਵੇਂ ਹੀ ਮੈਂ ਮੇਰੇ ਦਾਦੇ ਸਹੁਰੇ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਵਾਲਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਈ। ਮੇਰੇ ਦਾਦਾ ਸਹੁਰਾ ਮੇਰੀ ਸੱਸ ਦੇ ਨਾਲ ਮੈਂ ਉੱਥੇ ਉਲਟ ਪੈਰ ਵਾਪਸ ਆ ਗਈ। ਉਹ ਦੋਵੇਂ ਮੈਨੂੰ ਦੇਖ ਨਹੀਂ ਸਕੇ, ਪਰ ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਮੇਰਾ ਮਨ ਪੂਰੀ ਤਰ੍ਹਾਂ ਉਲਝਣ ਵਿੱਚ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਅਤੇ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਜੋ ਕੁਝ ਮੇਰੀਆਂ ਅੱਖਾਂ ਨੇ ਦੇਖਿਆ ਸੀ, ਮੈਂ ਅਜਿਹੀਆਂ ਗੱਲਾਂ ਸੋਚ ਵੀ ਨਹੀਂ ਸਕਦੀ ਸੀ। ਮੈਂ ਆਪਣੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਸ਼ਾਇਦ ਮੇਰੀਆਂ ਅੱਖਾਂ ਧੋਖਾ ਦੇ ਰਹੀਆਂ ਹਨ, ਕਿਉਂਕਿ ਕਈ ਵਾਰ ਅਜਿਹਾ ਹੁੰਦਾ ਕਿ ਸਾਡੀਆਂ ਅੱਖਾਂ ਜੋ ਦੇਖਦੀਆਂ ਹਨ ਉਹ ਸਹੀ ਨਹੀਂ ਹੁੰਦਾ ਤੇ ਜਦੋਂ ਸੱਚ ਸਾਹਮਣੇ ਆਉਂਦਾ ਹੈ ਤਾਂ ਸਾਨੂੰ ਸਾਡੀ ਸੋਚ ਤੇ ਪਛਤਾਵਾ ਹੁੰਦਾ ਹੈ। ਰਾਤ ਨੂੰ ਜਦੋਂ ਮੇਰੀ ਸੱਸ ਮੇਰੇ ਕਮਰੇ ਵਿੱਚ ਆਈ ਤਾਂ ਉਹ ਆਪਣੇ ਹੰਝੂ ਸਾਫ਼ ਕਰ ਰਹੀ ਸੀ। ਮੈਂ ਆਪਣੀ ਸੱਸ ਦੇ ਕੋਲ ਗਈ ਅਤੇ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਜਦੋਂ ਵੀ ਦਾਦਾ ਸਹੁਰਾ ਦੇ ਕਮਰੇ ਤੋਂ ਆਉਂਦੇ ਹੋ ਤਾਂ ਰੋਂਦੇ ਕਿਉਂ ਆਉਂਦੇ ਹੋ?
ਤਾਂ ਉਹ ਕਹਿਣ ਲੱਗੀ, ਸਮਝ ਲੈ ਕਿ ਮੇਰੀ ਕਿਸਮਤ ਹੀ ਮਾੜੀ ਹੈ। ਮੈਨੂੰ ਨਹੀਂ ਪਤਾ ਸੀ ਕਿ ਉਹ ਮੈਨੂੰ ਸੱਚ ਕਿਉਂ ਨਹੀਂ ਦੱਸ ਰਹੀ ਸੀ, ਕਿਉਂਕਿ ਜਦੋਂ ਮੈਂ ਕਮਰਾ ਖੋਲ੍ਹਿਆ ਸੀ ਤਾਂ ਉਹ ਮੇਰੀ ਸੱਸ ਨੂੰ ਕਹਿ ਰਹੇ ਸੀ ਕਿ ਜੇਕਰ ਉਸ ਨੇ ਮੇਰੀ ਗੱਲ ਨਾ ਸੁਣੀ ਤਾਂ ਉਹ ਉਸ ਨੂੰ ਧੱਕੇ ਮਾਰ ਕੇ ਘਰੋਂ ਕੱਢ ਦੇਣਗੇ। ਮੇਰੀ ਸੱਸ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਮਿੰਨਤਾਂ ਕਰ ਰਹੀ ਸੀ ਕਿ ਉਹ ਕਹਿ ਰਹੀ ਸੀ ਕਿ ਉਹ ਜੋ ਕਰਨਾ ਚਾਹੁੰਦੇ ਹਨ ਉਹ ਠੀਕ ਨਹੀਂ ਹੈ। ਮੈਂ ਉਹਨਾਂ ਦੇ ਪੁੱਤਰ ਦੀ ਨੂੰਹ ਹਾਂ। ਤੁਸੀਂ ਮੇਰੇ ਨਾਲ ਇਹ ਕਿਵੇਂ ਕਰ ਸਕਦੇ ਹੋ? ਤੁਸੀਂ ਮੇਰੇ ਬਾਪ ਦੇ ਸਮਾਨ ਹੋ ਤੇ ਤੁਸੀਂ ਮੈਨੂੰ ਇਸ ਘਰ ਦੇ ਇੱਕ ਕੋਨੇ ਵਿੱਚ ਰਹਿਣ ਦਿਓ। ਜੇਕਰ ਮੈਂ ਨਾ ਕਰ ਦਿੱਤੀ ਤਾਂ ਤੁਸੀਂ ਮੈਨੂੰ ਇਸ ਘਰੋਂ ਕੱਢ ਦਿਓਗੇ। ਮੈਂ ਕਿੱਥੇ ਜਾਵਾਂਗੀ? ਉਹ ਰੋਂਦੀ ਹੋਈ ਮੇਰੇ ਦਾਦੇ ਸਹੁਰੇ ਨੂੰ ਬੇਨਤੀ ਕਰ ਰਹੀ ਸੀ। ਇਸ ਤੋਂ ਵੱਧ ਮੇਰੇ ਵਿੱਚ ਕੁਝ ਸੁਣਨ ਦੀ ਗੁੰਜਾਇਸ਼ ਨਹੀਂ ਸੀ। ਮੈਂ ਵਾਪਸ ਕਮਰੇ ਵਿੱਚ ਆ ਗਈ। ਜਿਸ ਤਰ੍ਹਾਂ ਦੀਆਂ ਗੱਲਾਂ ਮੈਂ ਸੁਣੀਆਂ ਸਨ, ਮੇਰੇ ਦਾਦਾ ਸਹੁਰਾ ਮੇਰੀ ਸੱਸ ਦੇ ਮਿਹਰਬਾਨ ਸਨ। ਮੈਂ ਗੁੰਮ ਜਿਹੀ ਹੋ ਗਈ ਸੀ। ਉਹ ਸੋਚ ਜਿਸ ਨੇ ਮੇਰੇ ਅੰਦਰੋਂ ਜਾਨ ਕੱਢ ਦਿੱਤੀ। ਮੈਂ ਅਜੇ ਇਸ ਸੋਚ ਵਿੱਚੋਂ ਬਾਹਰ ਨਹੀਂ ਆਈ ਸੀ ਕਿ ਮੇਰੇ ਘਰ ਦੀ ਨੌਕਰਾਣੀ ਨੇ ਮੇਰੇ ਸ਼ੱਕ ਨੂੰ ਵਿਸ਼ਵਾਸ ਵਿੱਚ ਬਦਲ ਦਿੱਤਾ। ਉਹ ਕਹਿਣ ਲੱਗੀ ਕਿ ਮੁਖੀਆ ਜੀ ਜਿਸ ਤਰ੍ਹਾਂ ਦਿਖਦੇ ਹਨ ਉਹ ਉਸ ਤਰ੍ਹਾਂ ਦੇ ਬਿਲਕੁਲ ਵੀ ਨਹੀਂ ਹਨ। ਉਹ ਬਹੁਤ ਰੰਗੀਨ ਵਿਅਕਤੀ ਹਨ। ਜਵਾਨੀ ਵਿੱਚ ਉਹਨਾਂ ਦੇ ਹੋਰ ਔਰਤਾਂ ਨਾਲ ਵੀ ਸੰਬੰਧ ਸਨ। ਲੋਕਾਂ ਦੀਆਂ ਨਜ਼ਰਾਂ 'ਚ ਉਹ ਸ਼ਰੀਫ ਬਣ ਕੇ ਘੁੰਮਦੇ ਸਨ, ਪਰ ਇਸ ਉਮਰ 'ਚ ਵੀ ਜੇ ਉਹਨਾਂ ਨੂੰ ਮੌਕਾ ਮਿਲੇ ਤਾਂ ਕਿਸੇ ਨੂੰ ਨਾ ਛੱਡਣ। ਰੱਬ ਬਚਾਵੇ ਅਜਿਹਾ ਲੋਕਾਂ ਤੋਂ। ਇਹ ਗੱਲ ਸੁਣ ਕੇ ਮੈਨੂੰ ਗੁੱਸਾ ਆਉਣ ਲੱਗ ਪਿਆ ਅਤੇ ਅਫਸੋਸ ਵੀ ਹੋਇਆ ਕਿ ਮੁਖੀਆ ਜੀ ਰਿਸ਼ਤਿਆਂ ਦੀ ਇੱਜ਼ਤ ਭੁੱਲ ਗਏ ਹਨ। ਮੈਨੂੰ ਆਪਣੇ ਦਾਦਾ ਸਹੁਰਾ ਪ੍ਰਤੀ ਨਫ਼ਰਤ ਮਹਿਸੂਸ ਹੋਣ ਲੱਗੀ। ਜਦੋਂ ਵੀ ਮੇਰੀ ਸੱਸ ਦਾਦੇ ਸਹੁਰੇ ਜੀ ਦੇ ਕਮਰੇ ਵਿੱਚ ਜਾਂਦੇ ਤਾਂ ਮੈਂ ਬੇਚੈਨ ਹੋ ਜਾਂਦੀ। ਇੱਕ ਦਿਨ ਮੈਨੂੰ ਮੇਰੀ ਸੱਸ ਨੇ ਕਿਹਾ ਕਿ ਤੂੰ ਆਪਣੇ ਦਾਦੇ ਸਹੁਰੇ ਤੋਂ ਦੂਰ ਹੀ ਰਿਹਾ ਕਰ। ਮੈਂ ਇਸ ਗੱਲ ਤੇ ਚੁੱਪ ਹੀ ਹੋ ਗਈ। ਹੁਣ ਮੈਨੂੰ ਸੱਚਮੁੱਚ ਮੁਖੀਆ ਜੀ ਦੇ ਕਿਰਦਾਰ ਤੇ ਸ਼ੱਕ ਹੋਣ ਲੱਗਾ। ਇੱਕ ਵਾਰ ਫਿਰ ਮੈਂ ਵਿਹੜੇ ਵਿੱਚ ਬੈਠੀ ਸੀ। ਦਾਦਾ ਸਹੁਰਾ ਜੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਸਨ ਕਿ ਮੈਂ ਕਿਸੇ ਦੇ ਵਿਆਹ ਤੇ ਫੇਰ ਹੀ ਆਵਾਂਗਾ ਕਿ ਜੇ ਨੱਚਣ ਗਾਉਣ ਦਾ ਪ੍ਰਬੰਧ ਹੋਵੇਗਾ। ਤੁਸੀਂ ਜਾਣਦੇ ਹੀ ਹੋ ਕਿ ਮੈਂ ਆਪਣੀ ਉਮਰ ਵੱਲ ਨਹੀਂ ਦੇਖਦਾ। ਮੇਰਾ ਦਿਲ ਅਜੇ ਵੀ ਜਵਾਨ ਹੈ। ਉਹ ਹੱਸਦੇ ਹੋਏ ਆਪਣੇ ਦੋਸਤਾਂ ਨਾਲ ਇਸ ਘਟੀਆ ਗੱਲ ਦਾ ਜ਼ਿਕਰ ਕਰ ਰਹੇ ਸਨ। ਉਹਨਾਂ ਨੇ ਮੇਰੇ ਸਾਹਮਣੇ ਅਜਿਹੀਆਂ ਗੱਲਾਂ ਕਹਿਣ ਵਿੱਚ ਕੋਈ ਸ਼ਰਮ ਨਹੀਂ ਸੀ ਆ ਰਹੀ। ਮੈਂ ਗੁੱਸੇ ਵਿੱਚ ਉੱਥੋਂ ਉੱਠੀ ਅਤੇ ਫਿਰ ਇੱਕ ਦਿਨ ਦਾਦਾ ਜੀ ਮੇਰੇ ਕੋਲ ਆਏ ਅਤੇ ਕਿਹਾ ਕਿ ਮੇਰੀ ਇੱਛਾ ਹੈ ਕਿ ਤੁਸੀਂ ਗੱਦੀ ਤੇ ਬੈਠੋ। ਮੈਂ ਤੁਹਾਨੂੰ ਬਹੁਤ ਕੁਝ ਬਣਾਉਣਾ ਚਾਹੁੰਦਾ ਹਾਂ। ਤੇਰੇ ਸਹੁਰੇ ਤੇ ਤੇਰੇ ਪਤੀ ਵਾਂਗ ਮੈਂ ਤੈਨੂੰ ਘਰ ਦਾ ਚੁੱਲ੍ਹਾ ਚੌਂਕਾ ਕਰਦੇ ਨਹੀਂ ਦੇਖਣਾ ਚਾਹੁੰਦਾ। ਤੇ ਦੂਜੀ ਗੱਲ ਇਹ ਹੈ ਕਿ ਇਸ ਮਹਿਲ ਵਿੱਚ ਕਮਰਿਆਂ ਦੀ ਕੋਈ ਕਮੀ ਨਹੀਂ ਹੈ। ਤੁਸੀਂ ਹਰ ਵੇਲੇ ਆਪਣੀ ਸੱਸ ਕੋਲ ਕਿਉਂ ਰਹਿੰਦੇ ਹੋ? ਜਦੋਂ ਤੁਹਾਡਾ ਪਤੀ ਬਾਹਰੋਂ ਵਾਪਸ ਆਵੇਗਾ ਤਾਂ ਉਹ ਤੁਹਾਨੂੰ ਇੱਕ ਨਵੇਂ ਰੂਪ ਵਿੱਚ ਲੱਭੇਗਾ। ਚਲੋ ਤੁਸੀਂ ਅਲੱਗ ਕਮਰਾ ਲੈ ਲਵੋ ਤੇ ਕੱਲ੍ਹ ਨੂੰ ਡਰਾਈਵਰ ਨੂੰ ਨਾਲ ਲੈ ਕੇ ਆਪਣਾ ਦਾਖਲਾ ਕਰਵਾ ਆਓ ਅਤੇ ਆਪਣੀ ਅਗਲੀ ਪੜ੍ਹਾਈ ਪੂਰੀ ਕਰੋ ਤੇ ਕਮਰੇ ਵਿੱਚ ਇਕੱਲੇ ਰਹਿਣ ਦੀ ਆਦਤ ਪਾਓ। ਮੈਂ ਤੁਹਾਡੇ ਲਈ ਇੱਕ ਵੱਖਰਾ ਕਮਰਾ ਤਿਆਰ ਕਰਵਾ ਦਿੰਦਾ ਹਾਂ। ਮੈਂ ਆਪਣੇ ਮਨ ਵਿੱਚ ਸੋਚਿਆ ਕਿ ਹਾਂ, ਮੈਂ ਆਪਣੀ ਸੱਸ ਤੋਂ ਵੱਖ ਹੋ ਜਾਂਦੀ ਹਾਂ, ਪਰ ਇਸ ਸਮੇਂ ਅਸੀਂ ਦੋਵੇਂ ਸੱਸ ਅਤੇ ਨੂੰਹ ਬਹੁਤ ਬੇਵੱਸ ਸੀ। ਅਸੀਂ ਉਹਨਾਂ ਨਾਲ ਨਿੱਘੇ ਲਹਿਜੇ ਵਿੱਚ ਗੱਲ ਨਹੀਂ ਕਰ ਸਕਦੇ ਸੀ। ਇਸ ਲਈ ਮੈਂ ਆਰਾਮ ਨਾਲ ਕਿਹਾ ਕਿ ਮੈਂ ਰਾਤ ਨੂੰ ਇਕੱਲੀ ਨਹੀਂ ਸੌ ਸਕਦੀ ਅਤੇ ਮੈਨੂੰ ਡਰ ਵੀ ਲੱਗਦਾ ਸੀ। ਇਸ ਲਈ ਮੈਂ ਆਪਣੀ ਸੱਸ ਨਾਲ ਕਮਰੇ ਵਿੱਚ ਸੌਵਾਂਗੀ। ਮੈਨੂੰ ਇਕੱਲੇ ਸੌਣ ਦੀ ਆਦਤ ਨਹੀਂ ਹੈ। ਪਰ ਉਹਨਾਂ ਨੇ ਮੇਰੀ ਬਿਲਕੁਲ ਵੀ ਨਾ ਸੁਣੀ ਅਤੇ ਮੇਰਾ ਕਮਰਾ ਉੱਪਰਲੀ ਮੰਜ਼ਲ ਤੇ ਸ਼ਿਫਟ ਕਰਵਾ ਦਿੱਤਾ। ਮੇਰੀ ਸੱਸ ਵੀ ਮੇਰੇ ਤੋਂ ਨਾਰਾਜ਼ ਸੀ ਪਰ ਕੁਝ ਨਾ ਕਹਿ ਸਕੀ। ਮੈਂ ਉੱਪਰਲੇ ਕਮਰੇ ਵਿੱਚ ਗਈ, ਪਰ ਮੈਂ ਇਹ ਵੀ ਸੋਚਿਆ ਕਿ ਰਾਤ ਨੂੰ ਆਪਣੀ ਸੱਸ ਦੇ ਕਮਰੇ ਵਿੱਚ ਜਾਵਾਂਗੀ। ਰਾਤ ਨੂੰ ਜਦੋਂ ਸਾਰੇ ਸੌਂ ਰਹੇ ਸਨ, ਹੁਣ ਮੈਂ ਹੇਠਾਂ ਜਾ ਕੇ ਆਪਣੀ ਸੱਸ ਦੇ ਕਮਰੇ ਕੋਲ ਖੜੀ ਹੋ ਗਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੇਰੀ ਸੱਸ ਵਾਲੇ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ। ਪਹਿਲਾਂ ਤਾਂ ਮੈਨੂੰ ਤਸੱਲੀ ਹੋਈ ਕਿ ਸੱਸ ਨੇ ਚੰਗਾ ਕੀਤਾ, ਦਰਵਾਜ਼ਾ ਬੰਦ ਕਰ ਦਿੱਤਾ, ਪਰ ਸੱਚਾਈ ਕੁਝ ਹੋਰ ਸੀ। ਮੈਂ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ। ਸਵੇਰੇ ਮੈਂ ਕਾਲਜ ਜਾਣਾ ਸੀ। ਜਦੋਂ ਮੈਂ ਤਿਆਰ ਹੋ ਕੇ ਹੇਠਾਂ ਆਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੇ ਦਾਦਾ ਜੀ ਮੇਰੀ ਸੱਸ ਦੇ ਕਮਰੇ ਵਿੱਚੋਂ ਨਿਕਲ ਕੇ ਆਪਣੇ ਕਮਰੇ ਵਿੱਚ ਜਾ ਰਹੇ ਸੀ। ਮੇਰਾ ਦਿਲ ਕੰਬ ਗਿਆ। ਰਾਤ ਭਰ ਮੇਰਾ ਮਨ ਆਪਣੀ ਸੱਸ ਪ੍ਰਤੀ ਉਲਝਿਆ ਰਿਹਾ। ਮੈਂ ਸਾਰੀ ਹਵੇਲੀ ਨੂੰ ਆਪਣੀਆਂ ਅੱਖਾਂ ਅੱਗੇ ਘੁੰਮਦਾ ਮਹਿਸੂਸ ਕੀਤਾ।
ਮੇਰੀ ਸੱਸ ਨੂੰ ਮੇਰੇ ਨਾਲ ਇੱਥੇ ਰਹਿਣ ਲਈ ਮਜਬੂਰ ਕੀਤਾ ਗਿਆ ਸੀ ਤਾਂ ਜੋ ਅਸੀਂ ਇੱਜ਼ਤ ਨਾਲ ਰਹਿ ਸਕੀਏ ਅਤੇ ਇਸ ਦੀ ਕੀਮਤ ਉਹ ਕੀ ਅਦਾ ਕਰ ਰਹੀ ਸੀ। ਇਹ ਸੋਚ ਕੇ ਮੈਂ ਮਰਨ ਹੀ ਵਾਲੀ ਸੀ ਕਿਉਂਕਿ ਮੈਂ ਆਪਣੀ ਸੱਸ ਨੂੰ ਹੋਰ ਕਿਸੇ ਮੁਸੀਬਤ ਵਿੱਚ ਨਹੀਂ ਪਾਉਣਾ ਚਾਹੁੰਦੀ ਸੀ। ਰਾਤ ਨੂੰ ਮੈਂ ਕਾਫੀ ਦੇਰ ਤੱਕ ਆਪਣੀ ਸੱਸ ਦੇ ਕਮਰੇ ਵਿੱਚ ਬੈਠੀ ਰਹੀ। ਇੱਧਰ ਉੱਧਰ ਗੱਲਾਂ ਕਰਦੇ ਰਹੇ। ਉਹਨਾਂ ਨੂੰ ਦੁੱਧ ਦਾ ਗਿਲਾਸ ਦਿੱਤਾ ਅਤੇ ਕਿਹਾ ਕਿ ਤੁਸੀਂ ਆਪਣੀ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਅਤੇ ਉਸ ਨੂੰ ਉਹ ਦੁੱਧ ਪੀਣ ਲਈ ਮਜਬੂਰ ਕਰ ਦਿੱਤਾ। ਮੈਂ ਉਸ ਦੁੱਧ ਵਿੱਚ ਨੀਂਦ ਦੀ ਗੋਲੀ ਪਾਈ ਸੀ ਜਿਸ ਕਾਰਨ ਉਹ ਦੁੱਧ ਪੀ ਕੇ ਸੌਂ ਗਏ। ਅਗਲੇ ਦਿਨ ਅਜਿਹਾ ਹੋਇਆ ਕਿ ਮੇਰੀ ਸੱਸ ਬੇਹੋਸ਼ ਹੋ ਕੇ ਹੇਠਾਂ ਡਿੱਗ ਪਈ ਤੇ ਮੈਂ ਜਲਦੀ ਨਾਲ ਆਪਣੀ ਸੱਸ ਦੀ ਅਲਮਾਰੀ ਵਿੱਚੋਂ ਉਸਦਾ ਸੂਟ ਕੱਢ ਕੇ ਪਹਿਨ ਲਿਆ ਅਤੇ ਦੁਪੱਟਾ ਥੋੜਾ ਜਿਹਾ ਹੇਠਾਂ ਕੀਤਾ ਤਾਂ ਕਿ ਮੇਰਾ ਚਿਹਰਾ ਨਜ਼ਰ ਆਵੇ। ਮੈਂ ਵੀ ਦੇਖਣ ਵਿੱਚ ਕੁਝ ਹੱਦ ਤੱਕ ਆਪਣੀ ਸੱਸ ਵਰਗੀ ਸੀ। ਮੈਂ ਆਪਣੇ ਦਾਦੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ। ਇਹ ਇੱਕ ਇਤਫਾਕ ਸੀ। ਹਰ ਰੋਜ਼ ਅਜਿਹਾ ਹੁੰਦਾ ਸੀ ਕਿ ਦਾਦੇ ਸਹੁਰੇ ਦੇ ਕਮਰੇ ਵਿੱਚ ਬਲਬ ਚੱਲਦਾ ਸੀ। ਮੈਂ ਅੰਦਰ ਆ ਕੇ ਦਰਵਾਜ਼ਾ ਬੰਦ ਕਰ ਲਿਆ। ਦਾਦੇ ਨੂੰ ਇੰਜ ਲੱਗਾ ਕਿ ਮੇਰੀ ਸੱਸ ਹੀ ਹੈ। ਉਹ ਮੈਨੂੰ ਦੱਸਣ ਲੱਗੇ ਕਿ ਮੈਂ ਦਵਾਈ ਲੈ ਲਈ ਹੈ, ਹੁਣ ਮੇਰੇ ਕੋਲ ਆਓ। ਮੈਂ ਲੰਮਾ ਸਮਾਂ ਤੁਹਾਡਾ ਇੰਤਜ਼ਾਰ ਕੀਤਾ। ਮੈਂ ਹੋਰ ਸਬਰ ਨਹੀਂ ਕਰ ਸਕਦਾ। ਮੈਂ ਉਸ ਕੋਲ ਗਈ। ਉਸ ਤੋਂ ਬਾਅਦ ਉਸ ਨੇ ਮੈਨੂੰ ਜੋ ਕਿਹਾ ਉਸ ਤੋਂ ਮੈਂ ਭੜਕ ਗਈ। ਕੁਝ ਦੇਰ ਬਾਅਦ ਮੈਂ ਅਤੇ ਮੇਰੀ ਸੱਸ ਦਾਦੇ ਸਹੁਰੇ ਦੇ ਸਾਹਮਣੇ ਬੈਠੇ ਸੀ ਅਤੇ ਉਹ ਸਾਡੇ ਦੋਹਾਂ ਵੱਲ ਗੁੱਸੇ ਨਾਲ ਦੇਖ ਰਹੇ ਸਨ ਅਤੇ ਕਹਿ ਰਹੇ ਸੀ, ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਤੁਸੀਂ ਮੇਰੇ ਨਾਲ ਅਜਿਹਾ ਕਰੋਗੇ। ਮੈਂ ਸ਼ਰਮ ਨਾਲ ਅੱਖਾਂ ਝੁਕਾਈ ਬੈਠੀ ਸੀ। ਜਦੋਂ ਮੈਂ ਉਹਨਾਂ ਦੇ ਕਮਰੇ ਵਿੱਚ ਗਈ ਸੀ ਤਾਂ ਉਹਨਾਂ ਨੇ ਮੈਨੂੰ ਮੇਰੀ ਸੱਸ ਸਮਝ ਕੇ ਕਿਹਾ ਕਿ ਮੈਂ ਉਹਨਾਂ ਨੂੰ ਹਾਂ ਵਿੱਚ ਜਵਾਬ ਦੇਵਾਂ। ਉਹ ਮੇਰਾ ਦੂਜਾ ਵਿਆਹ ਆਪਣੇ ਭਤੀਜੇ ਨਾਲ ਕਰਵਾਉਣਾ ਚਾਹੁੰਦੇ ਸੀ। ਉਹ ਕਹਿ ਰਹੇ ਸਨ ਕਿ ਰੋਹਿਤ ਅੰਕਲ ਨੇ ਘਰੋਂ ਨਿਕਲਣ ਤੋਂ ਪਹਿਲਾਂ ਦਾਦਾ ਜੀ ਨੂੰ ਸਭ ਕੁਝ ਦੱਸ ਦਿੱਤਾ ਸੀ। ਦਾਦੇ ਨੇ ਇਹ ਵੀ ਕਿਹਾ ਕਿ ਮੇਰੀ ਸੱਸ ਇੰਨੀ ਵੀ ਬੁੱਢੀ ਨਹੀਂ ਸੀ ਕਿ ਉਹ ਸਾਰੀ ਉਮਰ ਆਪਣੇ ਪਤੀ ਦੇ ਨਾਂ ਤੇ ਵਿਧਵਾ ਬਣ ਕੇ ਗੁਜ਼ਾਰ ਦੇਵੇ, ਕਿਉਂਕਿ ਅੱਜ ਨਹੀਂ ਤਾਂ ਕੱਲ ਨੂੰ ਮੇਰਾ ਪਤੀ ਵੀ ਮੈਨੂੰ ਇੱਥੋਂ ਕਿਸੇ ਹੋਰ ਦੇਸ਼ ਲੈ ਜਾਵੇਗਾ। ਦਾਦਾ ਜੀ ਦਾ ਕਹਿਣਾ ਸੀ ਕਿ ਉਹ ਵੀ ਬਿਮਾਰ ਰਹਿਣ ਲੱਗੇ ਹਨ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਉਹ ਦੁਬਾਰਾ ਬੇਸਹਾਰਾ ਨਾ ਹੋਵੇ, ਕਿਉਂਕਿ ਮੇਰੀ ਸੱਸ ਮੇਰੇ ਨਾਲ ਕਿਸੇ ਹੋਰ ਦੇਸ਼ ਨਹੀਂ ਜਾਣਾ ਚਾਹੁੰਦੀ ਸੀ। ਉਹ ਇੱਥੇ ਆਪਣੇ ਦੇਸ਼ ਵਿੱਚ ਰਹਿਣਾ ਚਾਹੁੰਦੀ ਸੀ ਅਤੇ ਮੇਰਾ ਪਤੀ ਵਿਦੇਸ਼ ਵਿੱਚ ਕੰਮ ਕਰ ਰਿਹਾ ਸੀ ਅਤੇ ਜੇਕਰ ਉਹ ਮੈਨੂੰ ਬਾਹਰ ਲੈ ਜਾਵੇਗਾ ਤਾਂ ਉਹ ਇੱਥੇ ਕਿਸ ਨਾਲ ਰਹੇਗੀ। ਇਸ ਲਈ ਉਹ ਆਪਣੇ ਜਿਉਂਦੇ ਜੀ ਮੇਰੀ ਸੱਸ ਦਾ ਦੁਬਾਰਾ ਵਿਆਹ ਕਰਵਾਉਣ ਚਾਹੁੰਦੇ ਸਨ। ਇਸੇ ਲਈ ਜਦੋਂ ਮੇਰੀ ਸੱਸ ਉਹਨਾਂ ਨੂੰ ਦੁੱਧ ਦੇਣ ਲਈ ਉਹਨਾਂ ਦੇ ਕਮਰੇ ਵਿੱਚ ਜਾਂਦੀ ਸੀ ਤਾਂ ਉਹ ਕਿਸੇ ਗੱਲ ਤੇ ਬਹਿਸ ਕਰਦੇ ਸੀ। ਮੇਰੀ ਸੱਸ ਮੇਰੇ ਸਹੁਰੇ ਨੂੰ ਬਹੁਤ ਪਿਆਰ ਕਰਦੀ ਸੀ, ਇਸੇ ਕਰਕੇ ਉਹ ਦੂਜੇ ਵਿਆਹ ਲਈ ਰਾਜੀ ਨਹੀਂ ਸੀ। ਮੇਰੇ ਦਾਦਾ ਸਹੁਰਾ ਮੇਰੇ ਵੱਲ ਹੈਰਾਨੀ ਨਾਲ ਦੇਖ ਰਹੇ ਸਨ। ਮੈਨੂੰ ਸੱਸ ਦੇ ਕੱਪੜਿਆਂ ਵਿੱਚ ਦੇਖ ਕੇ ਉਹ ਗੁੱਸੇ ਵਿੱਚ ਆ ਗਏ। ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਿਉਂ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਆਈ ਹਾਂ ਤਾਂ ਮੈਂ ਉਹਨਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਮੈਂ ਸੋਚ ਰਹੀ ਸੀ। ਇਹ ਸੁਣ ਕੇ ਦਾਦਾ ਜੀ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਉਹਨਾਂ ਨੇ ਮੈਨੂੰ ਇੰਨੀ ਉੱਚੀ ਆਵਾਜ਼ ਵਿੱਚ ਝਿੜਕਿਆ ਕਿ ਸਾਰੀ ਹਵੇਲੀ ਵਿੱਚ ਆਵਾਜ਼ ਗੂੰਜਣ ਲੱਗੀ। ਸੱਸ ਵੀ ਉੱਠ ਕੇ ਦਾਦਾ ਜੀ ਦੇ ਕਮਰੇ ਵਿੱਚ ਆ ਗਈ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੇ ਮੇਰੇ ਮੂੰਹ ਤੇ ਚਪੇੜ ਮਾਰ ਦਿੱਤੀ ਕਿ ਤੈਨੂੰ ਸ਼ਰਮ ਨਹੀਂ ਆਉਂਦੀ, ਇਹ ਸਭ ਸੋਚ ਕੇ ਮੈਂ ਸਿਰ ਝੁਕਾ ਕੇ ਰੋ ਰਹੀ ਸੀ। ਆਖਰ ਮੇਰੇ ਦਾਦੇ ਨੇ ਮੇਰੀ ਸੱਸ ਦਾ ਵਿਆਹ ਆਪਣੇ ਭਤੀਜੇ ਨਾਲ ਕਰਵਾ ਦਿੱਤਾ। ਇਸੇ ਲਈ ਮੈਨੂੰ ਉਹਨਾਂ ਤੋਂ ਦੂਰ ਰਹਿਣਾ ਲਈ ਕਿਹਾ ਗਿਆ। ਮੈਂ ਜੋ ਸੋਚ ਰਹੀ ਸੀ ਉਸ ਲਈ ਮੈਨੂੰ ਆਪਣੇ ਆਪ ਤੇ ਸ਼ਰਮ ਆਉਣ ਲੱਗੀ ਸੀ। ਮੇਰੀ ਸੱਸ ਵਿਆਹ ਕਰਾ ਕੇ ਰੋਹਿਤ ਅੰਕਲ ਦੇ ਘਰ ਚਲੀ ਗਈ। ਮੇਰੀ ਸੱਸ ਅੰਕਲ ਨੂੰ ਹੀ ਪਿਆਰ ਕਰਦੀ ਸੀ, ਪਰ ਜਦੋਂ ਮੇਰੇ ਸਹੁਰੇ ਨੇ ਮੇਰੀ ਸੱਸ ਨੂੰ ਦੇਖਿਆ ਤਾਂ ਉਸ ਨੂੰ ਪਿਆਰ ਹੋ ਗਿਆ ਸੀ ਅਤੇ ਉਸ ਨੂੰ ਪਾਗਲਾਂ ਵਾਂਗ ਪਿਆਰ ਕਰਨ ਲੱਗ ਪਿਆ ਅਤੇ ਰੋਹਿਤ ਅੰਕਲ ਨੂੰ ਕਿਹਾ ਕਿ ਜੇਕਰ ਉਹ ਉਸ ਨੂੰ ਨਾ ਮਿਲੀ ਤਾਂ ਉਹ ਮਰ ਜਾਵੇਗਾ। ਇਸੇ ਲਈ ਰੋਹਿਤ ਅੰਕਲ ਨੇ ਵੀ ਆਪਣੀ ਦੋਸਤੀ ਦੀ ਖਾਤਰ ਆਪਣੇ ਪਿਆਰ ਦੀ ਬਲੀ ਦੇ ਦਿੱਤੀ ਅਤੇ ਮੇਰੀ ਸੱਸ ਨੂੰ ਮੇਰੇ ਸਹੁਰੇ ਨਾਲ ਵਿਆਹ ਕਰਵਾਉਣ ਲਈ ਕਿਹਾ, ਨਹੀਂ ਤਾਂ ਉਹ ਆਪਣੀ ਜਾਨ ਦੇ ਦੇਵੇਗਾ। ਮੇਰੀ ਸੱਸ ਨੂੰ ਵਿਆਹ ਤੋਂ ਬਾਅਦ ਮੇਰੇ ਸਹੁਰੇ ਨਾਲ ਪਿਆਰ ਹੋ ਗਿਆ ਸੀ, ਪਰ ਮੇਰੇ ਸਹੁਰੇ ਦੀ ਜ਼ਿੰਦਗੀ ਨੇ ਮੇਰੀ ਸੱਸ ਨੂੰ ਵਿੱਚ ਹੀ ਛੱਡ ਦਿੱਤਾ ਸੀ। ਹੁਣ ਮੇਰੇ ਦਾਦਾ ਸਹੁਰਾ ਮੇਰੇ ਪਤੀ ਨਾਲ ਗੱਲ ਕਰ ਰਹੇ ਸਨ ਕਿ ਉਹ ਮੈਨੂੰ ਇੱਥੋਂ ਲੈ ਜਾਣਾ, ਕਿਉਂਕਿ ਉਹ ਜਲਦੀ ਤੋਂ ਜਲਦੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੁੰਦੇ
ਆਉਂਦੇ ਸਨ। ਮੇਰੇ ਦਾਦਾ ਜੀ ਇੱਕ ਚੰਗੇ ਵਿਅਕਤੀ ਸਨ ਅਤੇ ਮੈਂ ਉਹਨਾਂ ਬਾਰੇ ਕੀ ਸੋਚ ਰਹੀ ਸੀ। ਕਈ ਵਾਰ ਜੋ ਅੱਖਾਂ ਨਾਲ ਦੇਖਿਆ ਜਾਂਦਾ ਹੈ ਉਹ ਸੱਚ ਨਹੀਂ ਹੁੰਦਾ। ਮੇਰੇ ਪਤੀ ਆਏ ਅਤੇ ਮੈਨੂੰ ਆਪਣੇ ਨਾਲ ਵਿਦੇਸ਼ ਲੈ ਗਏ। ਦੋਸਤੋ, ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।